ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਾਦ ਪੰਕਜ ਬੰਧਨ ਪਾਦ ਪੰਕਜ ਬੰਧਨ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਰਾਮਦਾਸ ਗੁਣ ਗਾਵੋ ਸ਼੍ਰੀ ਅਰਜੁਨ ਵਿਗਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬੇਕੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਵਾਰ ਜਗਦੀਸਾ ਜਿਸ ਮਨ ਅੰਮ੍ਰਿਤ ਗਿਆਨ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਕੋਤਲ ਗੰਗਾ ਅਨੁਰਾਗ ਸ੍ਰੀ ਗੁਰ ਸ਼ਬਦ ਪ੍ਰਮਾਈ ਬਿਨਾ ਜਿਸੇ ਪੰਜ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨ ਪਨਸਾਰ ਕੀਰਤਨਕਾਰ ਸਤਿਗੁਰੂ ਤਿਨ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਵਿਧਾਨ ਰਹਿਮਤਾਂ ਦੇ ਸਾਗਰ ਵੀਰ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਆਂ ਦੇ ਪਾਵਨ ਪਾਵਨ ਪਵਿੱਤਰ ਅਸਥਾਨ ਦੇ ਉੱਪਰ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸਾਈ ਗੁਰੂ ਰੂਪ ਗੁਰੂ ਖਾਲਸਾ ਸੰਤ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਚੱਲ ਰਹੀ ਗੁਰਮਤਿ ਆਸ ਦੀ ਲੜੀਵਾਰ ਕਥਾ ਵਿਚਾਰਾਂ ਦਾ ਸਮਾਂ ਹੋਇਆ ਹੈ। ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਬੰਦੇ ਦੁਹਰਾਈਏ ਪਾਈਏ ਆਗਿਆ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਸਮੇਂ ਇੱਕ ਸੁੰਦਰ ਨਗਰ ਦੇ ਬਾਹਰ ਇੱਕ ਰੁੱਖ ਦੇ ਥੱਲੇ ਵਿਰਾਜੇ ਹੋਏ ਨੇ ਮਹਾਰਾਜ ਸਤਿਗੁਰਾਂ ਦਾ ਸਾਥੀ ਭਾਈ ਮਰਦਾਨਾ ਇੱਕ ਕੀਮਤੀ ਲਾਭ ਲੈ ਕਰਕੇ ਉਸ ਨਗਰ ਦੇ ਵਿੱਚ ਗਿਆ ਹੈ। ਜਾ ਕਰਕੇ ਇੱਕ ਦੁਕਾਨਦਾਰ ਸ਼ਾਹੂਕਾਰ ਨੂੰ ਦਿਖਾਉਣਾ ਕੀਤਾ ਹੈ ਜਿਸ ਨੇ ਅਣਜਾਣ ਪੰਨੇ ਵਿੱਚ ਉਸ ਦੀ ਕੀਮਤ 3 ਰੁਪਏ ਤਾਂਬੇ ਦੇ ਪਾਈ ਹੈ। ਮਨ ਦੇ ਅੰਦਰ ਵਿਚਾਰਾ ਕਰਦਾ ਹੋਇਆ ਸਤਿਗੁਰਾਂ ਦੇ ਪਾਸ ਆਇਆ ਹੈ। ਕਹਿਣ ਲੱਗਾ, ਮਹਾਰਾਜ ਆਪ ਜੀ ਕਹਿੰਦੇ ਸੀ ਕਿ
ਤਾਂ ਕੋਈ ਖਾਸ ਕੀਮਤ ਨਹੀਂ ਪਾਈ, ਸਿਰਫ 3 ਰੁਪਏ ਤਾਂਬੇ ਦੇ ਪਾਏ ਨੇ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ, ਤੁਸੀਂ ਕਿਸੇ ਗਲਤ ਜਗ੍ਹਾ ਦੇ ਉੱਪਰ ਗਏ ਹੋ। ਇਸ ਨਗਰ ਦੇ ਵਿੱਚ ਇੱਕ ਸਾਫ ਸਰਾਏ ਜੌਹਰੀ ਰਹਿੰਦਾ ਹੈ, ਉਸ ਦੇ ਘਰ ਦਾ ਪਤਾ ਟਿਕਾਣਾ ਪਤਾ ਕਰੋ। ਤੁਸੀਂ ਉਸ ਦੇ ਘਰ ਜਾ ਕੇ ਇਹ ਹੀਰਾ ਉਸ ਨੂੰ ਵੇਚਣਾ ਕਰੋ। ਭਾਈ ਮਰਦਾਨਾ ਦੁਬਾਰਾ ਫੇਰ ਨਗਰ ਵਿੱਚ ਜਾਂਦੇ ਨੇ। ਜਾ ਕਰਕੇ ਲੋਕਾਂ ਨੂੰ ਪੁੱਛਦੇ ਉਸ ਸਾਫ ਸਰਾਏ ਜੌਹਰੀ ਦੇ ਘਰ ਪਹੁੰਚਦੇ ਨੇ। ਉਸ ਨੂੰ ਜਾ ਕੇ ਜਦੋਂ ਕੀਮਤੀ ਲਾਲ ਦਿਖਾਉਂਦੇ ਨੇ, ਸਾਫ ਸਰਾਏ ਜੋ ਜੌਹਰੀ ਹੈ ਸ਼ਾਹੂਕਾਰ ਹੈ, ਉਸ ਹੀਰੇ ਦੇ ਉੱਪਰ ਲਿਖਿਆ ਹੋਇਆ ਪੜ੍ਹਦਾ ਹੈ ਕਿ ਇਸ ਦੀ ਜੋ ਦਰਸ਼ਨੀ ਭੇਟਾ ਹੈ, ਇਸ ਨੂੰ ਵੇਖਣ ਦੀ ਬਾਬਤ ਹੀ 100 ਰੁਪਇਆ ਦੇਣਾ ਪਵੇਗਾ। ਭਾਈ ਮਰਦਾਨਾ ਜੀਆਂ ਨੂੰ ਸਾਫ ਸਰਾਏ ਜੌਹਰੀ 100 ਰੁਪਇਆ ਦਿੰਦਾ ਹੈ ਕਿ ਇਹਦੀ ਦਰਸ਼ਨੀ ਭੇਟਾ ਹੈ, ਬਾਕੀ ਮੁੱਲ ਆਪਾਂ ਬਾਅਦ ਦੇ ਵਿੱਚ ਕਰਦੇ ਹਾਂ। ਤੁਸੀਂ ਕਿੰਨੇ ਦਾ ਵੇਚਣਾ ਹੈ, ਮੈਂ ਕਿੰਨੇ ਦਾ ਖਰੀਦਣਾ ਹੈ। ਭਾਈ ਮਰਦਾਨਾ ਜੀ 100 ਰੁਪਇਆ ਲੈ ਕਰਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀਆਂ ਦੇ ਪਾਸ ਆਉਂਦੇ ਨੇ। ਸਾਰਾ ਵਰਤਾਂਤ ਦੱਸਦੇ ਨੇ। ਮਹਾਰਾਜ ਜੀ, ਜਿਸ ਜੌਹਰੀ ਦੇ ਕੋਲ ਆਪ ਜੀਆਂ ਨੇ ਮੈਨੂੰ ਘੱਲਿਆ ਹੈ, ਉਹ ਬੜਾ ਵੱਡਾ ਸ਼ਾਹੂਕਾਰ ਹੈ, ਬੜਾ ਸਿਆਣਾ ਹੈ, ਬੜਾ ਧਰਮੀ ਹੈ। ਉਸ ਨੇ ਦਰਸ਼ਨੀ ਭੇਟਾ ਉਸ ਹੀਰੇ ਦੀ ਮੈਨੂੰ 100 ਰੁਪਇਆ ਦਿੱਤੀ। ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜੀ, ਇਸ ਹੀਰੇ ਨੂੰ ਵੇਚਣਾ ਚਾਹੀਦਾ ਜਾਂ ਨਹੀਂ ਵੇਚਣਾ ਚਾਹੀਦਾ? ਕਹਿਣ ਲੱਗਾ, ਮਹਾਰਾਜ, ਮੈਂ ਤਾਂ ਆਪ ਜੀਆਂ ਦੇ ਹੁਕਮ ਦਾ ਬੰਦਾ ਹਾਂ। ਜੇਕਰ ਵੇਚਣਾ ਹੈ ਤੇ ਮੈਨੂੰ ਮੁੱਲ ਦੱਸ ਦੇਵੋ, ਮੈਂ ਜਾ ਕਰਕੇ ਉਹਨਾਂ ਮੁੱਲ ਉਸ ਜੌਹਰੀ ਨੂੰ ਦੱਸ ਦੇਵਾਂਗਾ। ਉਦੋਂ ਮਾਇਆ ਲੈ ਕਰਕੇ ਬਿਨਾਂ ਦੇਰੀ ਕੀਤੇ ਆਪ ਜੀਆਂ ਦੇ ਪਾਸ ਆ ਜਾਵਾਂ। ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ, ਜਿਹੜੇ ਕਿ ਬਾਹਰੀ ਹੀਰੇ ਨੇ, ਸੋਨਾ ਦੌਲਤ ਆਦਿ ਪਦਾਰਥ ਨੇ, ਇਹ ਤਾਂ ਭਲਾ ਨਹੀਂ ਵੇਚੇ ਜਾਣ, ਭਲਾ ਨਹੀਂ ਰੱਖੇ ਜਾਣ, ਇਹਨਾਂ ਦਾ ਕੋਈ ਬਹੁਤਾ ਲਾਹਾ ਨਹੀਂ। ਪਰ ਜੋ ਪਰਮੇਸ਼ਰ ਦੇ ਨਾਮ ਰੂਪੀ ਹੀਰਾ ਹੈ, ਜੋ ਧਨ ਹੈ, ਵਿਕਾਰਾਂ ਦੇ ਵੱਟੇ ਕਦੇ ਵੀ ਨਹੀਂ ਉਸ ਨੂੰ ਵੇਚਣਾ ਚਾਹੀਦਾ। ਨੀਂਦ ਦੇ ਵੱਟੇ ਕਦੇ ਵੀ ਨਹੀਂ ਉਸ ਨੂੰ ਵੇਚਣਾ ਚਾਹੀਦਾ। ਭਾਈ ਮਰਦਾਨਾ ਜੀਆਂ ਨੇ ਹੱਥ ਜੋੜੇ, ਕਹਿਣ ਲੱਗੇ, ਮਹਾਰਾਜ, ਮੈਂ ਇੱਦਾਂ ਕਦੇ ਵੀ ਨਹੀਂ ਕਰਾਂਗਾ। ਐਸਾ ਪਰਮੇਸ਼ਰ ਦਾ ਅਮੋਲਕ ਧਨ ਹੈ, ਹੀਰਾ ਹੈ, ਨਾਮ ਹੈ, ਜਿਸ ਨੇ ਲੋਕ ਅਤੇ ਪਰਲੋਕ ਦੇ ਸੁੱਖ ਬਖਸ਼ਣੇ ਨੇ, ਮੈਂ ਉਸ ਨੂੰ ਕਦੇ ਵੀ ਨਹੀਂ ਵੇਚਾਂ। ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜੀ, ਇਹ 100 ਰੁਪਇਆ ਜਾ ਕਰਕੇ ਉਸ ਜੌਹਰੀ ਨੂੰ ਵਾਪਸ ਕਰ ਆਵੋ, ਕਿਉਂਕਿ ਜਦੋਂ ਤੱਕ ਆਪਾਂ ਉਸ ਨੂੰ ਚੀਜ਼ ਵੇਚਦੇ ਹੀ ਨਹੀਂ ਤੇ ਫਿਰ ਆਪਣੀ ਮਾਇਆ ਲੈਣੀ ਵੀ ਬਣਦੀ ਨਹੀਂ। ਭਾਈ ਮਰਦਾਨਾ ਜੀ ਸਤਿਗੁਰਾਂ ਦਾ ਹੁਕਮ ਸੁਣਦੇ ਹੋਏ ਵਾਪਸ ਗਏ ਨੇ। 100 ਰੁਪਇਆ ਉਸ ਨੂੰ ਦਿੰਦੇ ਨੇ। ਸਾਲ ਸਰਾਏ ਜੋ ਜੌਹਰੀ ਹੈ, ਉਹ 100 ਰੁਪਇਆ ਵਾਪਸ ਨਹੀਂ ਲੈਂਦਾ। ਬਾਰ-ਬਾਰ ਇਹ ਗੱਲਾਂ ਕਹਿ ਰਿਹਾ ਹੈ ਕਿ ਇਹ ਮੇਰਾ ਧਰਮ ਹੈ। ਧਰਮ ਦੇ ਅਨੁਸਾਰ ਜਦੋਂ ਵੀ ਕਿਸੇ ਕੀਮਤੀ ਲਾਲ ਦੇ ਦਰਸ਼ਨ ਹੋਣ, ਅਸੀਂ ਦਰਸ਼ਨੀ ਭੇਟਾ ਦਿੰਦੇ ਹਾਂ। ਤੇ ਜੇਕਰ ਇਹ ਮਾਇਆ ਵਾਪਸ ਲੈ ਲਈ, ਮੇਰਾ ਧਰਮ ਨਾਸ਼ ਹੋ ਜਾਵੇਗਾ। ਤੇ ਮੈਂ ਕਦੇ ਵੀ ਨਹੀਂ ਚਾਹੁੰਦਾ ਮੈਂ ਧਰਮ ਦੇ ਵਿੱਚ ਨਾਕਾਮ ਹੋਵਾਂ। ਵਾਪਸ ਫਿਰ ਭਾਈ ਮਰਦਾਨਾ ਜੀ ਸਤਿਗੁਰਾਂ ਪਾਸ ਆ ਕਰਕੇ ਸਾਰਾ ਵਰਤਾਂਤ ਦੱਸਦੇ ਨੇ। ਤੇ ਮਹਾਰਾਜ ਫਿਰ ਸਤਵੀਂ ਮੇਰੀ ਭਾਈ ਮਰਦਾਨੇ ਨੂੰ ਘੱਲਦੇ ਨੇ। ਭਾਈ ਮਰਦਾਨਾ ਜੀ, ਇਹ ਮਾਇਆ ਉੱਪਰ ਆਪਣਾ ਕੋਈ ਵੀ ਹੱਕ ਨਹੀਂ। ਜਾ ਕਰਕੇ ਉਸ ਨੂੰ ਵਾਪਸ ਕਰ ਜਾਓ। ਭੁੱਖ ਦਾ ਸਤਾਇਆ ਹੋਇਆ, ਤਕੀਵੇਂ ਦਾ ਸਤਾਇਆ ਹੋਇਆ ਭਾਈ ਮਰਦਾਨਾ ਵਾਪਸ ਜਾਂਦਾ ਹੈ। ਜਾ ਕਰਕੇ ਉਸ ਨੂੰ ਮਾਇਆ ਦਿੰਦਾ ਹੈ, ਉਹ ਲੈਂਦਾ ਨਹੀਂ। ਧੱਕੇ ਦੇ ਨਾਲ ਉਹਦੀ ਦੁਕਾਨ ਦੇ ਉੱਪਰ ਉਹ 100 ਰੁਪਇਆ ਸੁੱਟ ਕੇ ਲਾਲ ਹੀਰਾ ਵਾਪਸ ਲੈ ਕਰਕੇ ਸਤਿਗੁਰਾਂ ਦੇ ਕੋਲ ਆ ਜਾਂਦਾ ਹੈ। ਐਸਾ ਵਰਤਾਰਾ ਵੇਖ ਕਰਕੇ ਸਾਫ ਸਰਾਏ ਜੋ ਜੌਹਰੀ ਹੈ, ਮਨ ਦੇ ਅੰਦਰ ਖਿਆਲ ਆਉਂਦਾ ਹੈ ਕਿ ਕਿੰਨਾ ਇਹਨਾਂ ਕੋਲ ਕੀਮਤੀ ਲਾਲ ਹੈ, ਹੀਰਾ ਹੈ। ਉਸ ਨੂੰ ਵੇਚਣਾ ਜਾਂ ਨਾ ਵੇਚਣਾ ਤਾਂ ਇਹਨਾਂ ਦੀ ਮਰਜ਼ੀ ਸੀ, ਪਰ ਜੋ 100 ਰੁਪਇਆ ਮੈਂ ਦਰਸ਼ਨੀ ਭੇਟਾ ਦਿੱਤੀ ਸੀ, ਇਹਨਾਂ ਨੇ ਉਹ ਵੀ ਨਹੀਂ ਰੱਖਿਆ।
ਲੱਗਦਾ ਹੈ ਇਹਨਾਂ ਦੇ ਮਨ ਦੇ ਅੰਦਰ ਰਤੀ ਭਰਵੀਂ ਲਾਲਚ ਨਹੀਂ ਤੇ ਇਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਜੌਹਰੀ ਸਾਲਸਰਾਏ ਨੇ ਸ਼ਿਰਦੀ ਮਠਿਆਈਆਂ ਤਿਆਰ ਕਰਵਾਈਆਂ ਨੇ। ਸੁੰਦਰ ਭੇਟਾਵਾਂ ਲੈ ਕਰਕੇ ਤਿਆਰ ਹੋਇਆ ਹੈ। ਆਪਣੇ ਜਾਣ ਤੋਂ ਪਹਿਲਾਂ ਆਪਣੇ ਨੌਕਰ ਨੂੰ ਘੱਲ ਦਿੱਤਾ ਹੈ ਕਿ ਜਾ ਕਰਕੇ ਐਸੇ ਮਹਾਂਪੁਰਖਾਂ ਸੰਤਾਂ ਨੂੰ ਰੋਕ ਕੇ ਰੱਖੀ, ਮੇਰੇ ਜਾਣ ਤੋਂ ਪਹਿਲਾਂ ਕਿਤੇ ਹੋਰ ਨਾ ਚਲੇ ਜਾਣ। ਸਭ ਤੋਂ ਪਹਿਲਾਂ ਆ ਕਰਕੇ ਸਾਲਸਰਾਏ ਜੌਹਰੀ ਦਾ ਨੌਕਰ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ ਤੇ ਬਾਅਦ ਦੇ ਵਿੱਚ ਆ ਕਰਕੇ ਜਦੋਂ ਜੌਹਰੀ ਸਤਿਗੁਰਾਂ ਦਾ ਸੁੰਦਰ ਰੂਪ ਵੇਖਦਾ ਹੈ, ਰੂਪ ਵੇਖ ਕਰਕੇ ਨਿਹਾਲ ਹੁੰਦਾ ਹੈ। ਆ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਬੇਨਤੀਆਂ ਕਰਦਾ ਹੈ, ਮਹਾਰਾਜ ਇਹ 100 ਰੁਪਈਆ ਰੱਖ ਲਵੋ, ਇਹ ਦਰਸ਼ਨ ਹੀ ਭੇਟਾ ਹੈ। ਸਤਿਗੁਰੂ ਜੀ ਕਹਿੰਦੇ ਸਾਲਸਰਾਏ ਜੌਹਰੀ ਜੇਕਰ ਤੈਨੂੰ ਕੁਝ ਵੇਚਿਆ ਹੋਵੇ ਤੇ ਅਸੀਂ ਮਾਇਆ ਲੈਂਦੇ ਚੰਗੇ ਲੱਗਦੇ ਹਾਂ। ਇਸ ਲਈ ਇਹ ਮਾਇਆ ਨੂੰ ਆਪਣੇ ਹੱਥਾਂ ਦੇ ਵਿੱਚ ਰੱਖ ਕੇ ਇਹਦੇ ਉੱਪਰ ਸਾਡਾ ਕੋਈ ਹੱਥ ਨਹੀਂ। ਸਾਰੇ ਜੋ ਮਨ ਦੇ ਭਰਮ ਲੇਖੇ ਸਨ ਸਤਿਗੁਰਾਂ ਦੇ ਨਾਲ ਵਚਨ ਵਿਲਾਸ ਕਰਦਿਆਂ ਦੂਰ ਹੋ ਰਹੇ ਨੇ। ਅਖੀਰ ਵਿੱਚ ਬੋਲਿਆ ਹੈ ਸਾਲਸਰਾਏ ਜੌਹਰੀ ਕਹਿਣ ਲੱਗਾ, ਮਹਾਰਾਜ ਆਪ ਜੀਆਂ ਦੀ ਕਿਰਪਾ ਹੋਈ, ਵੱਡੇ ਭਾਗ ਜਾਗੇ, ਐਸੇ ਹੀਰੇ ਦੇ ਮੈਨੂੰ ਦਰਸ਼ਨ ਹੋਏ। ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਐਸੇ ਕੀਮਤੀ ਲਾਲ ਦੇ ਮੈਨੂੰ ਦਰਸ਼ਨ ਹੋਏ ਨੇ। ਤੇ ਹੁਣ ਆ ਕਰਕੇ ਜਦੋਂ ਆਪ ਜੀਆਂ ਦਾ ਸੁੰਦਰ ਪਵਿੱਤਰ ਰੂਪ ਤੱਕਿਆ ਹੈ, ਇੱਦਾਂ ਲੱਗਦਾ ਹੈ ਕਿ ਉਹ ਕੀਮਤੀ ਹੀਰਾ ਤਾਂ ਮਿੱਟੀ ਦੇ ਸਮਾਨ ਹੈ, ਉਸ ਤੋਂ ਵੀ ਆਪ ਕੀਮਤੀ ਹੋ। ਕਿਰਪਾ ਕਰਕੇ ਮੈਨੂੰ ਸਮਝਾਉਣਾ ਕਰੋ, ਮੈਨੂੰ ਉਪਦੇਸ਼ ਦੇਵੋ ਸਤਿਗੁਰੂ ਜੀ, ਇਹ ਕੀ ਵਰਤਾਰਾ ਹੈ, ਦੋਹਾਂ ਦੇ ਵਿੱਚੋਂ ਕੌਣ ਕੀਮਤੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੇਨਤੀਆਂ ਸੁਣਦੇ ਹੋਏ ਸਾਲਸਰਾਏ ਜੌਹਰੀ ਨੂੰ ਇਸ ਪ੍ਰਕਾਰ ਮਹਾਰਾਜ ਉਪਦੇਸ਼ ਬਖਸ਼ਦੇ ਨੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਪਈ ਕਹਿਤ ਬਚਨ ਮੈਂ ਹਵੈ ਇਸ ਮਾਤਾ। ਇਸ ਪ੍ਰਕਾਰ ਬਚਨ ਵਿਲਾਸ ਕਰਦਾ ਹੋਇਆ ਸਤਿਗੁਰਾਂ ਦੇ ਨਾਲ ਬਹੁਤਾ ਹੀ ਹੈਰਾਨ ਹੋਇਆ ਹੈ। ਲਾਲ ਵਿਖਾ ਇਹ ਤੁਮਹੇ ਪ੍ਰਸਾਦਾ। ਮਹਾਰਾਜ ਆਪ ਜੀਆਂ ਦੀ ਕਿਰਪਾ ਹੋਈ, ਐਸੇ ਕੀਮਤੀ ਲਾਲ ਦੇ ਮੈਨੂੰ ਦਰਸ਼ਨ ਹੋਏ ਹਨ। ਉਤੋਂ ਲਾਲ ਉਹ ਕਹਿ ਤੁਮ ਲਾਲਾ। ਮਹਾਰਾਜ ਉਹ ਕੀਮਤੀ ਲਾਲ ਹੈ ਜਾਂ ਆਪ ਉਸ ਤੋਂ ਕੀਮਤੀ ਹੋ, ਦੱਸਣਾ ਕਰੋ ਜੀ। ਜਿਨ ਮਿਲਨੇ ਮੈਂ ਭਾਇਓ ਨਿਹਾਲਾ। ਮਹਾਰਾਜ ਪਹਿਲਾਂ ਮੈਂ ਐਸੇ ਹੀਰੇ ਨੂੰ ਵੇਖ ਕਰਕੇ ਬੜਾ ਪ੍ਰਸੰਨ ਹੋਇਆ, ਹੁਣ ਆਪ ਜੀਆਂ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਮੁਝ ਸਮਝਾਏ ਸੁਣਾਵੋ ਬਾਣੀ। ਮਹਾਰਾਜ ਕਿਰਪਾ ਕਰਕੇ ਮੈਨੂੰ ਸਮਝਾਉਣ ਦੀ ਬਾਤ ਉਪਦੇਸ਼ ਦੇਵੋ ਜੀ। ਹੇ ਕਿਰਪਾਲ ਤੁਮ ਸਭ ਗੁਣ ਖਾਨੀ। ਕਿਰਪਾਲੂ ਦਿਆਲੂ ਸਤਿਗੁਰੂ ਆਪ ਜੀ ਸਾਰਿਆਂ ਹੀ ਗੁਣਾਂ ਦੇ ਖਾਣ ਹੋ। ਦੇਨੇ ਹੇਤ ਸਾਹ ਉਪਦੇਸਾ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਸਾਲਸਰਾਏ ਜੌਹਰੀ ਨੂੰ ਉਪਦੇਸ਼ ਦੇਣ ਦੀ ਬਾਬਤ ਬੋਲੇ ਸ਼ਬਦ ਤਬਹਿ ਜਗਦੇਸਾ। ਜਗਤ ਦੇ ਈਸ਼ਵਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਨੇ। ਬਿਲਾਵਲ ਮਹੱਲਾ ਪਹਿਲਾ। ਬਿਲਾਵਲ ਰਾਗ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਦਰਅਸਲ ਜੋ ਇਹ ਗੁਰਬਾਣੀ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਨਹੀਂ, ਇਹ ਕਵੀਆਂ ਦੀ ਗੁਰਬਾਣੀ ਹੈ। ਇਹ ਸਰਬ ਔਰ ਸਰਬ ਇਹ ਜੋ ਇਤਿਹਾਸਕ ਗ੍ਰੰਥ ਹਨ, ਇਹਨਾਂ ਅੰਦਰ ਹੀ ਵਰਤੀ ਹੈ। ਲਾਲੋ ਲਾਲ ਉਪਾਇਆ। ਮਹਾਰਾਜ ਕਹਿੰਦੇ ਵੇਦ ਸਾਲਸਰਾਏ ਜੌਹਰੀ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਸਭ ਤੋਂ ਕੀਮਤੀ ਲਾਲ ਹੈ। ਲਾਲੋ ਲਾਲ ਦਿਸਾਨਾ। ਤੇ ਉਸਨੇ ਇਹ ਸੰਸਾਰ ਹੈ ਜੋ ਲਾਲੋ ਲਾਲ ਕੀਮਤੀ ਹੀਰਿਆਂ ਵਰਗਾ ਪੈਦਾ ਕੀਤਾ ਹੈ। ਤੇ ਇਸ ਦੇ ਵਿੱਚ ਸਾਰੇ ਹੀ ਜੋ 84 ਲੱਖ ਜੂਨਾਂ ਦੇ ਵਿੱਚ ਵਰਤਾਰੇ ਵਰਤਦੇ ਨੇ, ਜੋ ਵੀ ਜੀਵ ਜੰਤੂ ਹਨ, ਇਹ ਪਰਮੇਸ਼ਰ ਦੇ ਲਾਲੋ ਲਾਲ ਹੀਰੇ ਹੀ ਦਿਸਦੇ ਨੇ। ਜਿਨ੍ਹਾਂ ਲਾਲੀ ਨੇਤਰ ਮਹਿ। ਤੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ, ਗੁਰੂ ਪਾਤਸ਼ਾਹ ਨੇ ਉਹਨਾਂ ਦੀਆਂ ਅੱਖਾਂ ਵਿੱਚ ਨਾਮ ਰੂਪੀ ਲਾਲੀ ਦੇ ਦਿੱਤੀ ਹੈ। ਦੂਜਾ ਨਾ ਜਾਣਨ। ਉਹਨਾਂ ਨੂੰ ਸਾਰਿਆਂ ਦੇ ਵਿੱਚੋਂ ਹੀ ਪਰਮੇਸ਼ਰ ਲਾਲ ਅਕਾਲ ਪੁਰਖ ਵਾਹਿਗੁਰੂ ਨਜ਼ਰ ਆਉਂਦਾ
ਨਹੀਂ ਜਾਣਦੇ, ਕਿਸੇ ਨਾਲ ਭੇਦ ਭਾਵ ਨਹੀਂ ਕਰਦੇ। ਸੁਨ ਸਾਲਸ ਕੋ ਜਵਾਬ ਹਰੀ ਇਹ ਸਾਲ ਸਰਾਏ ਤੂੰ ਜੌਹਰੀ ਹੈ, ਤੂੰ ਬੜਾ ਧਨ ਦੌਲਤ ਹੀਰੇ ਮੋਤੀ ਆਦਿ ਇਕੱਠੇ ਕਰਦਾ ਹੈ। ਆਪਣਾ ਲਾਲ ਪਛਾਨ ਪਰ ਜੋ ਸਭ ਤੋਂ ਕੀਮਤੀ ਲਾਲ ਹੈ ਨਾ ਪਰਮੇਸ਼ਰ ਦਾ ਨਾਮ ਸਤਸੰਗਤ, ਇਹਨੂੰ ਪਹਿਚਾਨਣਾ ਕਰ। ਪੂਰੇ ਲਾਲ ਨਾ ਗੰਢ ਬਨ ਜਿਹੜੇ ਇਹ ਮੋਤੀ ਹੀਰੇ ਜਿਨ੍ਹਾਂ ਦਾ ਤੂੰ ਵਪਾਰ ਕਰਦਾ ਹੈ, ਵੇਚਦਾ ਹੈ, ਖਰੀਦਦਾ ਹੈ, ਇਹ ਸਾਰੇ ਹੀ ਝੂਠੇ ਨੇ, ਇਹਨਾਂ ਨੂੰ ਆਪਣੇ ਪੱਲੇ ਦੇ ਨਾਲ ਨਾ ਮੰਨ। ਲੀਜੈ ਭਲੇ ਸਿਧਾਨ ਤੇ ਭਲੇ ਚੰਗੇ ਤਰੀਕੇ ਦੇ ਨਾਲ ਜੋ ਅਸਲ ਪਰਮੇਸ਼ਰ ਦਾ ਨਾਮ ਹੈ ਨਾ, ਜਿਸ ਦੇ ਨਾਲ ਲੋਕ ਪਰਲੋਕ ਦੇ ਸੁੱਖ ਮਿਲਣੇ ਨੇ, ਜਨਮ ਮਰਨ ਦੇ ਬੰਧਨਾਂ ਦੇ ਵਿੱਚੋਂ ਨਿਕਲਣਾ ਹੈ, ਉਹ ਪਰਮੇਸ਼ਰ ਦਾ ਨਾਮ ਸਭ ਤੋਂ ਅਮੋਲਕ ਹੀਰਾ ਹੈ, ਉਸ ਨੂੰ ਪਹਿਚਾਨਣਾ ਕਰ। ਹਰਾਓ ਦਾ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਕੰਕਰ ਪੱਥਰ ਮਿਲ ਗਏ ਜਿੰਨੇ ਵੀ ਤੂੰ ਆਪਣੀ ਦੁਕਾਨ ਦੇ ਉੱਪਰ ਇਹ ਕੰਕਰ ਪੱਥਰ ਹੀਰੇ ਮੋਤੀ ਆਦਿ ਇਕੱਠੇ ਕੀਤੇ ਨੇ, ਨਾਮ ਸਦਾਇਓ ਸਾਹੋ ਤੇ ਆਪਣੇ ਆਪ ਨੂੰ ਇਹਨਾਂ ਦੇ ਨਾਲ ਬੜਾ ਵੱਡਾ ਸ਼ਾਹੂਕਾਰ ਅਖਵਾਉਂਦਾ ਹੈ, ਹੰਕਾਰ ਹੁੰਦਾ ਹੈ। ਬਿਨ ਸਤਿਗੁਰ ਪੂਰੇ ਅੰਧ ਹੈ ਇਹਨਾਂ ਇੱਕ ਪੂਰੇ ਸਤਿਗੁਰੂ ਤੋਂ ਜੇ ਸੋ ਚੰਦਾ ਉਗਵਾ ਹੈ, ਸੂਰਜ ਚੜ੍ਹ ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਗਣ ਘੋਰ ਅੰਧਾਰ। ਜਿੰਨਾ ਸਮਾਂ ਪੂਰੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਪੂਰੇ ਸਤਿਗੁਰਾਂ ਦੇ ਦਰਸ਼ਨ ਨਹੀਂ ਹੁੰਦੇ, ਮੂਲ ਨਾ ਬੂਝੈ ਰਾਹੋ ਤੇ ਜਿਹੜਾ ਬੰਦਾ ਹੈ ਉਹ ਮੁਕਤੀ ਦਾ ਰਸਤਾ ਨਹੀਂ ਵੇਖ ਸਕਦਾ, ਉਹ ਸ਼ੁਭ ਗੁਣਾਂ ਦਾ ਰਸਤਾ ਉਸ ਨੂੰ ਨਜ਼ਰ ਨਹੀਂ ਆਉਂਦਾ। ਮੇਰਾ ਮੇਰਾ ਕਰ ਸੰਜਿਓ ਭਾਈ ਤੂੰ ਮੇਰਾ ਮੇਰਾ ਕਰਕੇ ਦਿਨ ਰਾਤ ਇਸ ਪ੍ਰਕਾਰ ਇਹਨਾਂ ਹੀਰਿਆਂ ਨੂੰ ਮੋਤੀਆਂ ਨੂੰ ਇਕੱਠਾ ਕਰਦਾ ਹੈ। ਰਾਤੀ ਅਤੇ ਢੇਗੋ ਤੇ ਦਿਨ ਰਾਤ ਇਹਨਾਂ ਨੂੰ ਇਕੱਠਾ ਕਰਕੇ ਸਾਂਭ ਸਾਂਭ ਰੱਖਦਾ ਹੈ, ਮੇਰੇ ਮੇਰੇ ਕਹਿੰਦਾ ਹੈ। ਕਾਈ ਸਾਖ ਨਾ ਉਪਜਿਆ ਮਹਾਰਾਜ ਕਹਿੰਦੇ ਇਹਨਾਂ ਦੇ ਵਿੱਚੋਂ ਇੱਕ ਨੇ ਵੀ ਤੇਰਾ ਸਾਥ ਨਹੀਂ ਦੇਣਾ। ਕਲਰ ਬੁੱਠਾ ਮੇਹੋ ਕਲਰ ਬੁੱਠਾ ਮੇਹੋ, ਜਿਵੇਂ ਕਲਰ ਮੇਰੀ ਧਰਤੀ ਹੁੰਦੀ ਹੈ, ਉਹਨਾਂ ਦੇ ਉੱਪਰ ਜਿੰਨੀ ਮਰਜ਼ੀ ਬਰਸਾਤ ਹੋਈ ਜਾਵੇ, ਉਹਦੇ ਵਿੱਚ ਕਦੇ ਵੀ ਕੋਈ ਫਸਲ ਨਹੀਂ ਉੱਗਦੀ, ਕਦੇ ਵੀ ਬੀਜ ਨਹੀਂ ਪੰਗਰਦੇ। ਇੱਦਾਂ ਹੀ ਇਹ ਭਾਈ ਜਿਨ੍ਹਾਂ ਦੇ ਜੀਵਨ ਕਲਰ ਕੇਰੀ ਧਰਤੀ ਵਰਗੇ ਵਿਕਾਰਾਂ ਦੇ ਨਾਲ ਹੋ ਚੁੱਕੇ ਨੇ, ਉਹ ਜਿੰਨਾ ਮਰਜ਼ੀ ਸ਼ੁਭ ਗੁਣ ਉਪਦੇਸ਼ ਸੁਣ ਲੈਣ, ਜੇਕਰ ਸਤਿਗੁਰਾਂ ਤੇ ਸ਼ਰਧਾ ਭਾਵਨਾ ਨਹੀਂ ਹੈ, ਗੁਰੂ ਦੇ ਉੱਪਰ ਭਰੋਸਾ ਨਹੀਂ, ਉਹਨਾਂ ਦੇ ਅੰਦਰ ਪ੍ਰੇਮ ਭਾਵਨਾ ਕਦੇ ਵੀ ਪੈਦਾ ਨਹੀਂ ਹੋ ਸਕਦਾ। ਸੰਸਾਲਸ ਇਹੋ ਬੇਨਤੀ ਇਹ ਸਾਲਸ ਰਾਏ ਜੌਹਰੀ ਅਕਾਲ ਪੁਰਖ ਵਾਹਿਗੁਰੂ ਮੂਹਰੇ ਤਾਂ ਬੰਦਾ ਬੇਨਤੀਆਂ ਹੀ ਕਰਦਾ ਹੈ। ਜੇ ਕਰਮ ਪ੍ਰਾਪਤ ਹੋਏ ਜੇਕਰ ਵੱਡੇ ਭਾਗ ਜਾਗ ਪੈਣ ਨਾ, ਫਿਰ ਜਾ ਕੇ ਪਰਮੇਸ਼ਰ ਦਾ ਨਾਮ ਸਤਸੰਗਤ ਅੰਮ੍ਰਿਤ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ। ਨਾਨਕ ਇੱਕ ਅਰਾਧੀ ਹੈ। ਮਹਾਰਾਜ ਕਹਿੰਦੇ ਸਾਲਸ ਰਾਏ ਜੌਹਰੀ ਇੱਕੋ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਰਥਨਾ ਯਾਦ ਕਰਨਾ ਚਾਹੀਦਾ ਹੈ। ਦੁੱਖ ਨਾ ਲਾਗੇ ਕੋਈ ਜੋ ਜਨਮ ਮਰਨ ਦੇ ਦੁੱਖ ਹਨ ਨਾ, ਇਹ ਜੰਮਣ ਮਰਨ ਦੀਆਂ ਪੀੜਾਂ ਹਨ, ਇਹ ਮਿਟ ਜਾਂਦੀਆਂ ਨੇ ਤੇ ਮਨੁੱਖ ਮੁਕਤੀ ਦੇ ਰਸਤੇ ਜਾ ਕਰਕੇ ਸਤਖੰਡ ਦਾ ਵਾਸੀ ਬਣਦਾ ਹੈ। ਇਹ ਸਾਰੀਆਂ ਹੀ ਸੰਸਾਰ ਦੀਆਂ ਪੀੜਾਂ ਨਾਸ਼ ਹੁੰਦੀਆਂ ਨੇ। ਚੌਪਈ ਰੱਖੇ ਸੰਚ ਲਾਲ ਜੇ ਪਾਜਾ ਜਿਹੜੇ ਇਹ ਤੋਂ ਹੀਰੇ ਲਾਲ ਮੋਤੀ ਇਕੱਠੇ ਕਰ ਕਰਕੇ ਆਪਣੇ ਕੋਲ ਰੱਖੇ ਨੇ। ਜਿਨਕੇ ਸਰੈ ਏਕ ਨਾ ਕਾਜਾ ਇਹ ਤੇਰੇ ਕਿਸੇ ਵੀ ਕੰਮ ਨਹੀਂ ਆਉਣ ਵਾਲੇ, ਇਹਨਾਂ ਨੇ ਤੇਰਾ ਕੋਈ ਕੰਮ ਨਹੀਂ, ਕੋਈ ਕਾਰਜ ਨਹੀਂ ਸਵਾਰਨਾ। ਖਾਣ ਪੀਣ ਮੈਂ ਸੋ ਨਹੀਂ ਆਵਹੇ ਨਾ ਤਾਂ ਇਹ ਹੀਰੇ ਖਾਧੇ ਜਾਂਦੇ ਨੇ, ਨਾ ਹੀ ਇਹ ਪੀਤੇ ਜਾਂਦੇ ਨੇ। ਪਟ ਜਿਉ ਸੀਤ ਨਾ ਦੇਹ ਹਟਾਵਹੇ ਜਿਵੇਂ ਸਰਦ ਰੁੱਤ ਵਿੱਚ ਠੰਡ ਪੈਂਦੀ ਹੈ, ਮੋਟੇ ਵਸਤਰ ਕੱਪੜੇ ਪਾ ਕਰਕੇ ਠੰਡ ਦੂਰ ਕੀਤੀ ਜਾਂਦੀ ਹੈ, ਇਹਨਾਂ ਹੀਰੇ ਲਾਲ ਜਵਾਹਰਾਤਾਂ ਨੇ ਤੇਰੀ ਠੰਡ ਦੂਰ ਨਹੀਂ ਕਰਨੇ। ਪਾਵਨ ਜਾਤ ਸਵੱਛ ਪਿਕ ਰਖਤ ਤੇ ਤੂੰ ਚੰਗੀ ਚੰਗੀ ਜਾਤੀਆਂ ਦੇ ਵੇਖ ਕਰਕੇ ਬੜੇ ਸ਼ੁੱਧ ਸ਼ੁੱਧ ਇਹ ਹੀਰੇ ਮੋਤੀ
ਇਕੱਠੇ ਕੀਤੇ ਨੇ। ਕਰ ਹੰਕਾਰ ਸਾਹੋ ਨਿਜ ਭਾਗਤ ਤੇ ਆਪਣੇ ਆਪ ਨੂੰ ਇਸ ਨਗਰ ਵਿੱਚ ਬੜਾ ਅਮੀਰ, ਬੜਾ ਸਮਝਦਾਰ ਸ਼ਾਹੂਕਾਰ ਅਖਵਾਉਂਦਾ ਹੈ। ਇਹ ਤੇਰਾ ਹੰਕਾਰ ਹੈ। ਸ੍ਰੀ ਕਰਤਾਰ ਨਾਮ ਸਚਲਾਲਾ। ਇਸ ਪ੍ਰਕਾਰ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਉਹੀ ਸਭ ਤੋਂ ਅਮੋਲਕ ਹੀਰਾ ਹੈ, ਉਹੀ ਸਭ ਤੋਂ ਮਹਿੰਗਾ ਹੈ। ਜਿਨ ਕੋ ਮਿਲੇ ਸੋ ਹੋਤ ਨਿਹਾਲਾ। ਤੇ ਜਿਸ ਨੂੰ ਐਸੇ ਹੀਰੇ ਦੀ, ਨਾਮ ਰੂਪੀ ਹੀਰੇ ਦੀ ਪ੍ਰਾਪਤੀ ਹੋ ਜਾਵੇ, ਉਹਦਾ ਜੀਵਨ, ਉਹਦਾ ਜਿਉਣਾ ਨਿਹਾਲ ਹੁੰਦਾ ਹੈ। ਦੋਹਰਾ ਲਾਲ ਅਮੋਲਕ ਆਪਨ। ਮਹਾਰਾਜ ਕਹਿੰਦੇ ਜਿਹੜਾ ਆਪਣਾ ਆਤਮ ਸਰੂਪ ਹੈ ਨਾ, ਇਹੀ ਸਭ ਤੋਂ ਹੀਰਾ ਅਮੋਲਕ ਹੈ। ਆਤਮ ਪਰਖਿਓ ਨਾਹੀ। ਪਰ ਇਹ ਸਾਲਸਰਾਏ ਜੌਹਰੀ, ਤੂੰ ਆਪਣੇ ਆਤਮਾ ਦੀ ਪਰਖਤਾ ਕੀਤੀ ਨਹੀਂ ਕਿ ਇਹ ਸੰਸਾਰ ਤੇ ਤੂੰ ਕਰਨ ਕੀ ਆਇਆ ਹੈ, ਇਹ ਸੰਸਾਰ ਤੇ ਤੇਰਾ ਅਸਲ ਮਨੋਰਥ ਕੀ ਹੈ, ਇਹ ਤਾਂ ਤੂੰ ਸਮਝਿਆ ਨਹੀਂ। ਨਿਜ ਆਨੰਦ ਭੁਲਾਏ ਗਏ। ਆਪਣੇ ਨਿਜ ਸਰੂਪ ਦਾ ਜਿਹੜਾ ਆਨੰਦ ਹੈ ਉਹਨੂੰ ਭੁਲਾ ਚੁੱਕਾ ਹੈ। ਪਰਿਓ ਕਸ਼ਟ ਕੇ ਮਾਹੇ। ਇਸ ਲਈ ਦੁੱਖਾਂ ਦੇ ਵਿੱਚ ਤੂੰ ਪਿਆ ਹੈ। ਹੀਰੇ ਜਵਾਹਰਾਤ ਜਦੋਂ ਖਰੀਦਦਾ ਹੈ, ਭਾਰੀ ਮਾਇਆ ਤੇਰੀ ਲੱਗਦੀ ਹੈ, ਮਾਇਆ ਨੂੰ ਦੇਣ ਵਿੱਚ ਦੁੱਖ ਪਾਉਂਦਾ ਹੈ। ਫਿਰ ਜਦੋਂ ਹੀਰੇ ਖਰੀਦ ਲੈਣਾ ਹੈ, ਫਿਰ ਸਾਰੀ ਰਾਤ ਇਹ ਸੋਚਦਾ ਹੈ ਕਿਤੇ ਮੇਰਾ ਧਨ ਚੋਰੀ ਨਾ ਹੋ ਜਾਵੇ, ਹੀਰੇ ਚੋਰੀ ਨਾ ਹੋ ਜਾਵੇ। ਫਿਰ ਉਹਦੀ ਰਾਖੀ ਕਰਕੇ ਤੂੰ ਦੁੱਖ ਪਾਉਂਦਾ ਹੈ। ਫਿਰ ਜਦੋਂ ਉਹਨਾਂ ਦਾ ਚੰਗਾ ਮੁੱਲ ਨਹੀਂ ਵਟਿਆ ਜਾਂਦਾ, ਫਿਰ ਵੀ ਦੁਖੀ ਹੁੰਦਾ ਹੈ। ਇਸ ਲਈ ਜੋ ਪਰਮੇਸ਼ਰ ਦੇ ਨਾਮ ਰੂਪੀ ਆਨੰਦ ਹੈ, ਉਸ ਨੂੰ ਤਾਂ ਭੁਲਾ ਚੁੱਕਾ ਹੈ ਤੇ ਆਪਣੇ ਆਪ ਹੀ ਪਰਿਓ ਕਸ਼ਟ ਕੇ ਮਾਹੇ, ਇਹਨਾਂ ਦੁੱਖਾਂ ਦੇ ਵਿੱਚ ਆਪਣੇ ਆਪ ਹੀ ਤੂੰ ਪਿਆ ਹੈ। ਸਾਲਸ ਦੂਜੇ ਕੌਣ ਤੂੰ। ਪੁੱਛਣ ਲੱਗਾ ਇਹ ਸਾਲਸਰਾਏ ਜੌਹਰੀ ਮਹਾਰਾਜ, ਆਪ ਜੀ ਕੌਣ ਹੋ। ਕਹਾਂ ਤੁਮਾਰਾ ਦੇਸ। ਮਹਾਰਾਜ ਆਪ ਜੀ ਕਿਸ ਦੇਸ਼ ਤੋਂ, ਕਿਸ ਦਿਸ਼ਾ ਤੋਂ ਆਏ ਹੋ। ਕਹਾਂ ਜਾਓਗੇ ਸੰਤ ਜੀ। ਮਹਾਰਾਜ ਹੁਣ ਅੱਗੇ ਇੱਥੋਂ ਤੁਸੀਂ ਕਿਸ ਰਸਤੇ ਜਾਣਾ ਹੈ। ਕੌਣ ਆਪਕੋ ਬੇਸ। ਆਪ ਜੀਆਂ ਦਾ ਕਿਹੜਾ ਭੇਦ ਹੈ। ਆਪ ਜੀ ਨਿਰਮਲੇ ਹੋ, ਸਰੇਵੜੇ ਹੋ, ਜੋਗੀ ਹੋ, ਜੰਗਮ ਹੋ ਜਾਂ ਵਿਪਰ ਹੋ। ਚੌਪਈ ਖਟ ਦਰਸ਼ਨ ਮੈਂ ਸਭੀ ਦੇਖਾ। ਕਹਿਣ ਲੱਗਾ ਮਹਾਰਾਜ ਮੈਂ ਛਿਆਂ ਮੱਤਾਂ ਦੇ ਲੋਕਾਂ ਦੇ ਦਰਸ਼ਨ ਕੀਤੇ ਨੇ। ਪਾਇਓ ਜਾਏ ਨਾ ਤੁਮਰੋ ਵੇਖਾ। ਮਹਾਰਾਜ ਆਪ ਜੀਆਂ ਦਾ ਭੇਖ ਮੈਥੋਂ ਸਮਝਿਆ ਨਹੀਂ ਜਾਂਦਾ। ਆਪ ਜੀ ਕਿਸ ਜਾਤ ਗੋਤ ਨਾਲ ਸੰਬੰਧ ਰੱਖਦੇ ਹੋ। ਸ੍ਰੀ ਗੁਰੂ ਸੁਣ ਕਰ ਗਿਰਾ ਵਿਚਾਰੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਜਦੋਂ ਸਾਲਸਰਾਏ ਜੌਹਰੀ ਦੇ ਇਸ ਪ੍ਰਕਾਰ ਵਚਨ ਸਵਾਲ ਸੁਣੇ ਨੇ ਤੇ ਸਤਿਗੁਰਾਂ ਨੇ ਫਰਮਾਇਆ ਹੈ। ਨਾਮ ਜਾਨ ਨਾਨਕ ਨਿਰੰਕਾਰੀ। ਮਹਾਰਾਜ ਕਹਿਣ ਲੱਗੇ ਕਿ ਜੌਹਰੀ ਸਾਡਾ ਨਾਮ ਨਾਨਕ ਨਿਰੰਕਾਰੀ ਸਮਝ ਲੈ। ਦੇਸ ਹਮਾਰਾ ਏਕੀਕਾਰਾ। ਤੇ ਜੋ ਇੱਕ ਓੰਕਾਰ ਵਾਹਿਗੁਰੂ ਹੈ, ਜੋ ਸਭ ਦਾ ਉਪਾਸਕ ਹੈ, ਮਹਾਰਾਜ ਸਾਰਿਆਂ ਦਾ ਹੀ ਪ੍ਰਕਾਸ਼ਕ ਹੈ, ਜਿਸ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਨਾ, ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਦੇਸ਼ ਜਾਣ ਲੈ। ਤਨ ਮਹਿ ਵੇਖ ਕਿਸੀ ਕੋ ਧਾਰਾ। ਇਸ ਲਈ ਅਸੀਂ ਸਾਬਤ ਸੂਰਤ ਹਾਂ, ਸਿਰ ਦੇ ਕੇਸ ਸਾਡੇ ਅਤੇ ਦਾੜੀ ਦੇ ਕੇਸ ਸਾਡੇ ਪ੍ਰਕਾਸ਼ ਹਨ, ਅਸੀਂ ਕਟਵਾਏ ਨੇ। ਕਿਉਂ? ਕਿਉਂਕਿ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਜੋ ਸਰੂਪ ਹੈ, ਉਹੀ ਸਰੂਪ ਅਸੀਂ ਧਾਰਨ ਕੀਤਾ ਹੈ। ਸੁੰਦਰ ਸਾਲਸ ਇਸ ਵਿਦਵਾਨੀ। ਇਸ ਪ੍ਰਕਾਰ ਸਤਿਗੁਰਾਂ ਦੇ ਵਚਨ ਬਿਲਾਸ ਸੁਣ ਕਰਕੇ ਜੌਹਰੀ ਨੇ ਸਨ ਕਹਿਣ ਕੀ ਮਤ ਠਹਿਰਾਨੀ। ਮਨ ਦੇ ਅੰਦਰ ਸ਼ਰਧਾ ਭਾਵਨਾ ਜਾਗੀ ਹੈ, ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣਾ ਚਾਹੁੰਦਾ ਹੈ। ਜੋ ਤੁਮ ਏਕੰਕਾਰ ਬਿਲੋਗਾ। ਮਹਾਰਾਜ ਕਹਿਣ ਲੱਗਾ ਹੈ ਮਹਾਰਾਜ ਨੂੰ, ਜੋ ਤੁਸੀਂ ਇੱਕ ਓੰਕਾਰ ਬਿਲੋਗਾ, ਇੱਕ ਅਕਾਲ ਪੁਰਖ ਵਾਹਿਗੁਰੂ ਬਾਬਤ ਦੱਸਿਆ ਹੈ। ਮੋਜ ਦਿਖਾਏ ਕੇ ਕਰੋ ਅਸੋਕਾ। ਮਹਾਰਾਜ ਮੈਨੂੰ ਵੀ ਦਰਸ਼ਨ ਕਰਵਾਓ ਇੱਕ ਅਕਾਲ ਪੁਰਖ ਵਾਹਿਗੁਰੂ ਦੇ, ਮੈਨੂੰ ਦੁੱਖਾਂ ਤੋਂ ਰਹਿਤ ਕਰੋ ਜੀ। ਚਰਨ ਸਾਰਨ ਚੱਲ ਕਰ ਅਬ ਆਵਾ। ਮਹਾਰਾਜ ਮੈਂ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਸੁਣ ਸ੍ਰੀ ਮੁਖ ਕੇ ਸ਼ਬਦ ਇਲਾਵਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਇਸ ਪ੍ਰਕਾਰ ਫਿਰ ਅਗਲਾ ਸ਼ਬਦ ਜੋ ਮਾਰੂ ਰਾਗ ਵਿੱਚ ਮਹਾਰਾਜ ਜੀਆਂ ਨੇ ਉਚਾਰਨ ਕੀਤਾ ਹੈ। ਮਾਰੂ ਮਹੱਲਾ ਪਹਿਲਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਨੇ। ਵਿਮਲ ਬੁਝਾਰ ਸਬਸ ਨਿਰਮਲ ਜਲ। ਸਾਹਿਬ ਸ੍ਰੀ ਗੁਰੂ
ਗੁਰੂ ਨਾਨਕ ਦੇਵ ਜੀ ਕਹਿੰਦੇ ਸਾਲ ਸਰਾਏ ਜੌਹਰੀ ਪਰ ਸੁਣਨਾ ਘਰ, ਵਿਮਲ ਮਝਾਰ ਬਸਸ ਨਿਰਮਲ ਜਲ, ਕਿ ਜਲ ਦੇ ਵਿੱਚ ਹੀ ਪਦਮਨ ਜਾਲ ਲਰੇ, ਕਿ ਇੱਕ ਜਲ ਹੁੰਦਾ ਹੈ, ਸਮੁੰਦਰ ਹੁੰਦਾ ਹੈ, ਉਹਦੇ ਵਿੱਚ ਹੀ ਕਮਲ ਦਾ ਫੁੱਲ ਪੈਦਾ ਹੁੰਦਾ ਹੈ, ਕਮਲ ਪੈਦਾ ਹੁੰਦਾ ਹੈ। ਤੇ ਉਸ ਦੇ ਵਿੱਚ ਹੀ ਜਿਵੇਂ ਖੜੇ ਜਲ ਦੇ ਅੰਦਰ ਜਾਲਾ ਵੀ ਉਹਦੇ ਵਿੱਚ ਹੀ ਪੈਦਾ ਹੁੰਦਾ ਹੈ, ਤੇ ਉਸੇ ਹੀ ਜਾਲੇ ਦੇ ਵਿੱਚ ਕਮਲ ਦੇ ਫੁੱਲਾਂ ਦੀਆਂ ਜੜ੍ਹਾਂ ਦੇ ਵਿੱਚ ਡੱਡੂ ਰਹਿੰਦਾ ਹੈ। ਭਾਵ ਜੋ ਇਹ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਸਾਜੀ ਹੈ ਨਾ, ਇਹ ਇੱਕ ਨਿਰਮਲ ਜਲ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਇਹ ਕਮਲ ਦੇ ਫੁੱਲ ਵਰਗੀ ਹੈ, ਤੇ ਜੋ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਪੰਗਤਾਂ ਦੇ ਵਿੱਚ ਭੋਜਨ ਪਦਾਰਥ ਵਰਤਾਏ ਜਾਂਦੇ ਨੇ, ਇਹ ਜਾਲੇ ਵਰਗੇ ਨੇ। ਤੇ ਜੋ ਜੀਵ ਰੂਪ ਇਸਤਰੀ ਹੈ ਨਾ, ਜੋ ਡੱਡੂ ਦੀ ਨਿਆਈ ਹੈ, ਉਹ ਇਸੇ ਹੀ ਜਲ ਦੇ ਵਿੱਚ ਰਹਿੰਦੀ ਹੈ, ਇਸੇ ਹੀ ਜਲ ਦੇ ਵਿੱਚ ਰਹਿ ਕਰਕੇ ਆਨੰਦ ਮਾਣਦੀ ਹੈ। ਜਿਵੇਂ ਸਮੁੰਦਰ ਦੇ ਅੰਦਰ ਕਮਲ ਵੀ ਹੈ, ਜਾਲਾ ਵੀ ਹੈ, ਡੱਡੂ ਵੀ ਹੈ। ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ। ਮਹਾਰਾਜ ਕਹਿੰਦੇ ਦੇਖੋ ਕਮਲ ਦੇ ਫੁੱਲ ਨੂੰ ਵੀ ਭਾਈ ਉਸੇ ਹੀ ਜਲ ਦੀ ਸੰਗਤ ਮਿਲਦੀ, ਜਾਲੇ ਨੂੰ ਵੀ ਉਸੇ ਹੀ ਜਲ ਦੀ ਸੰਗਤ ਮਿਲਦੀ, ਤੇ ਡੱਡੂ ਵੀ ਉਸੇ ਹੀ ਜਲ ਵਿੱਚ ਰਹਿੰਦਾ ਹੈ। ਭਾਵ ਸੰਗਤ ਦੇ ਵਿੱਚ ਕੋਈ ਔਗਣ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਵੀ ਉਸੇ ਹੀ ਸੰਗਤ ਦੇ ਵਿੱਚ ਨੇ, ਉਸੇ ਹੀ ਸੰਗਤ ਦੇ ਵਿੱਚ ਪੰਗਤਾਂ ਲੱਗਦੀਆਂ ਨੇ, ਭੋਜਨ ਪਦਾਰਥਾਂ ਦਾ ਵਰਤਾਰਾ ਹੁੰਦਾ ਹੈ। ਤੇ ਜੋ ਜੀਵ ਰੂਪੀ ਡੱਡੂ ਹੈ, ਮਨੁੱਖ ਹੈ, ਇਸਤਰੀਆਂ ਨੇ, ਉਹ ਵੀ ਉਸੇ ਹੀ ਜਲ ਰੂਪੀ ਸੰਗਤ ਵਿੱਚ ਰਹਿੰਦੇ ਨੇ। ਤੂੰ ਕਬੀ ਨ ਜਾਣ ਸਰੇ। ਇਹ ਜੀਵ ਰੂਪ ਡੱਡੂ ਪਰ ਤੂੰ ਕਦੇ ਵੀ ਜਾਣਿਆ ਨਹੀਂ। ਬਖਸ਼ ਸਿਵਾਲ ਬਸਸ ਨਿਰਮਲ ਜਲ ਅੰਮ੍ਰਿਤ ਨ ਲਖਸਰੇ। ਤੂੰ ਕਦੇ ਵੀ ਜਿਵੇਂ ਸਮੁੰਦਰ ਦੇ ਵਿੱਚ ਰਹਿੰਦੇ ਹੋਏ ਡੱਡੂ ਨੇ ਕਦੇ ਵੀ ਕਮਲ ਦੇ ਫੁੱਲ ਦੀ ਖੁਸ਼ਬੂ, ਉਹਦੀ ਸੁਗੰਧੀ ਦਾ ਆਨੰਦ ਨਹੀਂ ਮਾਣਿਆ, ਨਾ ਜਾਲਾ ਖਾ ਖਾ ਕੇ ਗੁਜ਼ਾਰਾ ਕਰਦਾ। ਜਾਲੇ ਦੇ ਵਿੱਚ ਰਹਿ ਕਰਕੇ ਹੀ ਆਪਣਾ ਜੀਵਨ ਬਤੀਤ ਕਰ ਦਿੰਦਾ ਹੈ। ਇੱਦਾਂ ਹੀ ਸੰਗਤ ਦੇ ਵਿੱਚ ਆਉਂਦੇ ਨੇ ਕਮਲ ਰੂਪੀ ਗੁਰੂ ਗ੍ਰੰਥ ਸਾਹਿਬ ਜੀ ਨੇ, ਪੰਗਤਾਂ ਦੇ ਵਿੱਚ ਜਾਲੇ ਰੂਪੀ ਪਦਾਰਥ ਵਰਤ ਰਹੇ ਨੇ। ਜੋ ਜੀਵ ਰੂਪੀ ਡੱਡੂ ਹੈ, ਉਸ ਨੇ ਕਦੇ ਵੀ ਨਾਮ ਗੁਰਬਾਣੀ ਸਤ ਸੰਗਤ ਦਾ ਆਨੰਦ ਨਹੀਂ ਮਾਣਿਆ, ਹਮੇਸ਼ਾ ਹੀ ਸੰਗਤ ਬਾਰੇ ਨਹੀਂ ਪੰਗਤ ਬਾਰੇ ਸੋਚਦਾ ਰਹਿੰਦਾ ਹੈ ਕਿ ਕਦੋਂ ਦੀਵਾਨਾਂ ਦੀ ਸਮਾਪਤੀ ਹੋਵੇ, ਕਦੋਂ ਕੜਾ ਪ੍ਰਸ਼ਾਦ ਦੀ ਦੇਗ ਛਕੀ, ਕਦੋਂ ਘਰੇ ਜਾ ਕੇ ਭੋਜਨ ਪਦਾਰਥ ਛਕੀਏ। ਇਸੇ ਪ੍ਰਕਾਰ ਇਹ ਜੀਵ ਰੂਪ ਡੱਡੂ ਤੂੰ ਹਮੇਸ਼ਾ ਜਾਲਾ ਖਾ ਖਾ ਕੇ ਹੀ ਗੁਜ਼ਾਰਾ ਕੀਤਾ ਹੈ। ਰਹਾਉ ਦਾ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਬਸਤ ਨਿਤ ਨਾ ਬਸਤ ਅਲੀਅਲ ਮੀਰ ਚੱਚਾ ਗੁਣ ਰੇ। ਮਹਾਰਾਜ ਕਹਿੰਦੇ ਨੇ ਕਿ ਇਹ ਜੀਵ ਰੂਪ ਡੱਡੂ ਤੇਰੀ ਕਿੰਨੀ ਕਿਸਮਤ ਮਾੜੀ ਹੈ। ਤੂੰ ਸਤ ਸੰਗਤ ਦੇ ਵਿੱਚ ਰਹਿਣਾ ਹੈ, ਜਲ ਦੀ ਸੰਗਤ ਕਰਦਾ ਹੈ, ਤੇ ਤੇਰੇ ਨਜ਼ਦੀਕ ਹੀ ਜਾਲਾ ਹੈ ਤੇ ਨਜ਼ਦੀਕ ਹੀ ਕਮਲ ਦਾ ਫੁੱਲ, ਪਰ ਤੂੰ ਜਾਲੇ ਦੇ ਵਿੱਚ ਹੀ ਫਸਿਆ ਰਿਹਾ। ਤੇ ਜਿਹੜੇ ਭਾਵਰੇ ਹਨ ਉਹ ਕਦੇ ਵੀ ਕਮਲ ਦੇ ਨੇੜੇ ਨਹੀਂ ਰਹਿੰਦੇ, ਉਹ ਦੂਰੋਂ ਆ ਕੇ ਵੀ ਕਮਲ ਦੇ ਫੁੱਲ ਦੀ ਸੁਗੰਧੀ ਲੈ ਜਾਂਦੇ ਨੇ, ਤੇ ਤੂੰ ਨੇੜੇ ਰਹਿੰਦਾ ਹੋਈ ਕਮਲ ਦੀ ਸੁਗੰਧੀ ਤੋਂ, ਉਹਦੀ ਖੁਸ਼ਬੂ ਤੋਂ ਵਾਂਝਾ ਹੈ। ਚੰਦ ਕੁਮਦਨੀ ਦੂਰ ਹੋ ਨਿਸਵਸ ਅਨੁਭਵ ਕਾਰਨ ਰੇ। ਜਿਹੜੇ ਦਿਨੇ ਕਮਲ ਦੇ ਫੁੱਲ ਖਿੜਦੇ ਨੇ ਉਹਨਾਂ ਨੂੰ ਕਮਲ ਕਿਹਾ ਜਾਂਦਾ ਹੈ, ਜੋ ਰਾਤ ਨੂੰ ਖਿੜਨ ਵਾਲੇ ਨੇ ਉਹਨਾਂ ਨੂੰ ਕੁਮੁਦਨੀਆਂ ਕਿਹਾ ਜਾਂਦਾ ਹੈ। ਵੇ ਜਿਹੜੀਆਂ ਕੁਮੁਦਨੀਆਂ ਨੇ ਅਸਮਾਨ ਦੇ ਵਿੱਚ ਚੰਦਰਮਾ ਵੇਖ ਵੇਖ ਕੇ ਖਿੜਦੀਆਂ ਨੇ, ਭਾਵ ਕੀ ਹੈ ਉਹਨਾਂ ਦਾ ਇੰਨਾ ਪ੍ਰੇਮ ਹੈ। ਤੇਰਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖ ਕਰਕੇ ਖਿੜਨਾ ਚਾਹੀਦਾ। ਗੁਰੂ ਦੀ ਗੱਲ ਸੁਣ ਕਰਕੇ ਤੇਰਾ ਵੀ ਮਨ ਖੁਸ਼ੀ ਦੇ ਵਿੱਚ ਗਦਗਦ ਹੋਣਾ ਚਾਹੀਦਾ ਹੈ। ਅੰਮ੍ਰਿਤ ਖੰਡ ਦੂਧ ਮਤ ਸੰਚਸ ਦੂਪਨ ਚਾਤੁਰ ਰੇ। ਮਹਾਰਾਜ ਕਹਿੰਦੇ ਪਰ ਮਨੁੱਖਾਂ ਦੀ ਜਿਹੜੀ ਬਿਰਤੀ ਹੈ ਉਹ ਐਸੀ ਹੋ ਚੁੱਕੀ ਹੈ ਜਿਵੇਂ ਇੱਕ ਤੁੰਬੇ ਦੀ ਵੱਲ ਹੁੰਦੀ ਹੈ, ਜਿਵੇਂ ਕਰੇਲਿਆਂ ਦੀ ਵੱਲ ਹੁੰਦੀ। ਉਸ ਤੁੰਬੇ ਦੀ ਵੱਲ ਨੂੰ ਭਾਵੇਂ ਅੰਮ੍ਰਿਤ ਲਾ ਲਾਈਏ, ਖੰਡ ਲਾ ਲਈਏ, ਦੁੱਧ ਲਾ ਲਈਏ, ਮੱਧ ਭਾਵ ਸ਼ਹਿਦ ਦੇ ਵਿੱਚ ਡਬੋ ਦਈਏ, ਪਰ ਉਹ ਕਦੇ ਵੀ ਮਿੱਠੀ ਨਹੀਂ ਹੁੰਦੀ। ਇੱਦਾਂ ਹੀ ਮਨੁੱਖ ਹੰਕਾਰੀ ਵਿਕਾਰੀ ਹੋ ਚੁੱਕਾ ਹੈ। ਜਿੰਨਾ ਮਰਜ਼ੀ ਉਸ ਨੂੰ ਉਪਦੇਸ਼ ਸੁਣਾ ਦਈਏ, ਸਤ ਸੰਗਤ ਦੇ ਵਿੱਚ ਕਥਾ ਕੀਰਤਨ ਸੁਣਾ ਦਈਏ, ਪਰ ਕਦੇ ਵੀ ਉਹ ਆਪਣਾ ਉਹ ਸੁਭਾਅ ਨਹੀਂ ਬਦਲਦਾ। ਤੁੰਬੇ ਦੀ ਵੇਲ ਵਾਂਗ ਕੌੜਾ ਰਹਿੰਦਾ ਹੈ। ਆਪ ਤੂੰ ਕਬਹੁ ਨ ਛੋਟਸ ਕ੍ਰਿਸ਼ਨ ਪ੍ਰੀਤ ਜਿਉ ਰੇ।
ਕਦੇ ਵੀ ਨਹੀਂ ਛੱਡਦਾ ਆਪਣਾ ਹੰਕਾਰ, ਕਦੇ ਵੀ ਨਹੀਂ ਛੱਡਦਾ। ਕਿਵੇਂ? ਕਹਿੰਦੇ ਤੇਰਾ ਸੁਭਾਅ ਬੰਦਿਆ ਚਿੱਚੜ ਵਰਗਾ ਹੋ ਚੁੱਕਾ। ਦੁੱਧ ਦੇਣ ਵਾਲੇ ਪਸ਼ੂਆਂ ਦੇ ਥਣਾਂ ਦੇ ਨਾਲ ਚਿੱਚੜ ਲੱਗੇ ਨੇ, ਉਹਨਾਂ ਹੀ ਥਣਾਂ ਦੇ ਵਿੱਚੋਂ ਅੰਮ੍ਰਿਤ ਵਰਗਾ ਦੁੱਧ ਵੀ ਨਿਕਲਦਾ ਹੈ, ਪਰ ਉਹ ਕਦੇ ਵੀ ਦੁੱਧ ਨਹੀਂ ਛੱਡਦੇ, ਕਿਉਂਕਿ ਉਹਨਾਂ ਨੂੰ ਖੂਨ ਪੀਣ ਦੀ ਆਦਤ ਪੈ ਚੁੱਕੀ ਹੈ। ਤੈਨੂੰ ਵਿਕਾਰਾਂ ਰੂਪੀ ਵਿਸ਼ਿਆਂ ਰੂਪੀ ਖੂਨ ਪੀਣ ਦੀ ਆਦਤ ਪੈ ਚੁੱਕੀ ਹੈ। ਤੈਨੂੰ ਭਾਵੇਂ ਤੇਰੇ ਕੰਨਾਂ ਦੇ ਵਿੱਚ ਜਿੰਨਾ ਮਰਜ਼ੀ ਗੁਰੂ ਦਾ ਉਪਦੇਸ਼ ਗੁਰਬਾਣੀ ਪਈ ਜਾਵੇ, ਪਰ ਤੂੰ ਫਿਰ ਵੀ ਵਿਕਾਰ ਭੋਗਣੋਂ ਹੰਕਾਰੀ ਵਾਲਾ ਸੁਭਾਅ ਛੱਡਦਾ ਨਹੀਂ। ਕਿਉਂ? ਕਿਉਂਕਿ ਤੈਨੂੰ ਉਹ ਚਿੱਚੜ ਵਾਲੀ ਆਦਤ ਹੈ। ਅੰਮ੍ਰਿਤ ਦੀ ਵਰਖਾ ਤਾਂ ਹੋ ਰਹੀ ਹੈ, ਦੁੱਧ ਤਾਂ ਉਹਨਾਂ ਥਣਾਂ ਦੇ ਵਿੱਚੋਂ ਨਿਕਲ ਰਿਹਾ ਹੈ, ਪਰ ਤੂੰ ਉਸ ਚਿੱਚੜ ਵਾਂਗ ਖੂਨ ਪੀਂਦਾ ਹੈ। ਪੰਡਤ ਸੰਗ ਵਸਹਿ ਜਨ ਮੂਰਖ ਆਗਮ ਆਸ ਸੁਨੇ। ਜਿਵੇਂ ਇੱਕ ਪੰਡਤ, ਇੱਕ ਗਿਆਨੀ, ਇੱਕ ਵਿਦਵਾਨ ਦੇ ਕੋਲ ਇੱਕ ਮੂਰਖ ਰਹਿੰਦਾ ਹੋਵੇ, ਸਾਰੀ ਦਿਹਾੜੀ ਉਪਦੇਸ਼ ਸੁਣੀ ਜਾਵੇ। ਜਿਵੇਂ ਕਿਸੇ ਨੇ ਰਾਮਾਇਣ ਦੀ ਕਥਾ ਸੁਣਾਈ ਹੈ, ਸਾਰੀ ਕਥਾ ਸੁਣਨ ਤੋਂ ਬਾਅਦ ਸਰੋਤੇ ਨੇ ਪੁੱਛਿਆ ਹੈ, ਕਹਿਣ ਲੱਗਾ ਹੈ ਜੀ ਇਹਦੇ ਵਿੱਚ ਜਿਹੜਾ ਰਾਖਸ਼ ਹੈ ਉਹ ਰਾਮ ਹੈ ਜਾਂ ਰਾਵਣ ਹੈ? ਉਹ ਕਹਿਣ ਲੱਗਾ ਨਾ ਤਾਂ ਰਾਮ ਰਾਖਸ਼ ਹੈ, ਨਾ ਹੀ ਰਾਵਣ ਰਾਖਸ਼ ਹੈ। ਰਾਖਸ਼ ਤਾਂ ਮੈਂ ਆ ਜਿਹੜਾ 6 ਮਹੀਨਿਆਂ ਤੋਂ ਤੈਨੂੰ ਇਹ ਸਾਰਾ ਕਥਾ ਵਾਰਤਾ ਸੁਣਾ ਰਿਹਾ ਹੈ, ਤੈਨੂੰ ਸਮਝ ਹੀ ਨਹੀਂ ਲੱਗਦੀ। ਤੇਰਾ ਸੁਭਾਅ ਵੀ ਐਸਾ ਹੋ ਚੁੱਕਾ ਹੈ, ਗੁਰਬਾਣੀ ਸੁਣਦਾ ਹੈ, ਪੜ੍ਹਦਾ ਹੈ, ਕਥਾ ਕੀਰਤਨ ਸੁਣਦਾ ਹੈ, ਪਰ ਆਪਣਾ ਪਹਿਲਾਂ ਵਾਲਾ ਜਿਹੜਾ ਵਿਕਾਰੀ ਸੁਭਾਅ ਹੈ ਕਦੇ ਵੀ ਛੱਡਦਾ ਨਹੀਂ। ਆਪਣਾ ਆਪ ਕਬਹੂ ਨ ਛੋੜਸ ਸਵਾਨ ਪੁੱਛਦਿਓ ਰੇ। ਜਿਵੇਂ ਕੁੱਤੇ ਦੀ ਪੂਛ ਕਵੀ ਜੀ ਕਹਿੰਦੇ ਕਦੇ ਵੀ ਸਿੱਧੀ ਨਹੀਂ ਹੁੰਦੀ, ਨਾ ਇਹਦਾ ਤੇਰਾ ਸੁਭਾਅ ਹੋ ਚੁੱਕਾ ਹੈ। ਗੁਰੂ ਦਾ ਉਪਦੇਸ਼, ਗੁਰੂ ਦੀ ਮਰਿਆਦਾ ਹਰ ਵਕਤ ਸੁਣਦਾ ਹੈ, ਹਰ ਵਕਤ ਚੰਗੀਆਂ ਗੱਲਾਂ ਕਰਦਾ ਵੀ ਹੈ, ਬੜਾ ਕਿਰਤ ਕਮਾਈਆਂ ਵੀ ਕਰਦਾ ਹੈ, ਬੜਾ ਗੁਰੂ ਘਰ ਆ ਕਰਕੇ ਇਸ ਪ੍ਰਕਾਰ ਸਵਾਹਾਂ ਵੀ ਦਿੰਦਾ ਹੈ ਗੱਲ ਉੱਪਰ, ਪਰ ਤੂੰ ਆਪਣਾ ਸੁਭਾਅ ਨਹੀਂ ਛੱਡਦਾ। ਕਿਉਂਕਿ ਜਿਵੇਂ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ, ਇਹਦਾ ਤੇਰਾ ਸੁਭਾਅ ਬਣਿਆ ਹੈ। ਇੱਕ ਪਾਖੰਡੀ ਨਾਮ ਨ ਰਚੇ, ਇੱਕ ਹਰ ਚਰਨੀ ਰੇ। ਇੱਕ ਤਾਂ ਪਖੰਡੀ ਲੋਕ ਹੈ ਜਿਹੜੇ ਕਦੇ ਵੀ ਨਾਮ ਨਹੀਂ ਜਪਦੇ, ਪਰਮੇਸ਼ਰ ਦੀ ਭਗਤੀ ਨਹੀਂ ਕਰਦੇ, ਅੰਮ੍ਰਿਤ ਵੇਲਾ ਨਹੀਂ ਸਾਂਭਦੇ, ਪਰ ਹਮੇਸ਼ਾ ਹੀ ਗੁਰੂ ਦੀਆਂ ਗੱਲਾਂ ਕਰ ਕਰਕੇ ਕਿ ਸਾਨੂੰ ਤਾਂ ਸਾਰਾ ਕੁਝ ਗੁਰੂ ਨੇ ਬਖਸ਼ਿਆ ਹੈ। ਇਹ ਤਾਂ ਲੋਕਾਂ ਦੇ ਵਿੱਚ ਰੌਲਾ ਗੁਰੂ ਦਾ ਪਾਉਂਦੇ ਨੇ, ਪਰ ਹੈ ਪਖੰਡ। ਗੁਰੂ ਘਰ ਤੋਂ ਸਾਰੀਆਂ ਬਖਸ਼ਿਸ਼ਾਂ ਲੈ ਕਰਕੇ ਸਮਾਂ ਆਉਣ ਤੇ ਗੁਰੂ ਘਰ ਦੇ ਨਾਲ ਹੀ ਮੱਥਾ ਲਾ ਲੈਂਦੇ ਨੇ। ਇੱਕ ਤਾਂ ਐਸੇ ਪਖੰਡੀ ਲੋਕ ਨੇ, ਇੱਕ ਹਰ ਚਰਨੀ ਰੇ, ਤੇ ਇੱਕ ਐਸੇ ਲੋਕ ਨੇ ਜਿਹੜੇ ਨਿਮਰਤਾ ਦੇ, ਭਗਤੀ ਦੇ, ਸੇਵਾ ਸਿਮਰਨ ਦੇ ਪੁੰਜ ਨੇ, ਜੋ ਗੁਰੂ ਦੇ ਚਰਨਾਂ ਨਾਲ ਜੁੜੇ ਹਨ। ਮੂਰਖ ਲਿਖਿਆ ਪਾਵਸ ਨਾਨਕ। ਮਹਾਰਾਜ ਕਹਿੰਦੇ ਇਹ ਸਾਰਾ ਹੀ ਮਨੁੱਖ ਦੇ ਪਿਛਲੇ ਕਰਮਾਂ ਦਾ ਲਿਖਿਆ ਹੋਇਆ ਹੈ। ਜਿਵੇਂ ਉਹਨੇ ਪਿਛਲੇ ਜਨਮ ਅੰਦਰ ਕਰਮ ਕੀਤੇ ਉਹੀ ਇੱਥੇ ਭੋਗ ਰਿਹਾ ਹੈ। ਸਤਿਗੁਰਾਂ ਦੇ ਹੁਕਮਾਂ ਦੇ ਅੰਦਰ ਹੀ ਸਾਰਾ ਵਰਤਾਰਾ ਵਰਤ ਰਿਹਾ ਹੈ। ਇੱਥੋਂ ਤੱਕ ਅੱਜ ਦੀ ਸੰਗਤ ਦੀ ਕਥਾ ਵਿਚਾਰ ਆਈ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਸਾਲ ਸਰਾਏ ਜੋਰੀ, ਕਿਉਂਕਿ ਉਹਨੇ ਕਿਹਾ ਹੈ ਮਹਾਰਾਜ ਮੈਨੂੰ ਉਪਦੇਸ਼ ਬਖਸ਼। ਸਤਿਗੁਰੂ ਜੀ ਕਹਿੰਦੇ ਆਪਣਾ ਜਿਹੜਾ ਸ਼ਾਹੂਕਾਰ ਪੁਣੇ ਦਾ, ਜਿਹੜਾ ਧਨਾੜ ਪੁਣੇ ਦਾ ਨਾਨ ਹੈ ਨਾ, ਸਾਲ ਸਰਾਏ ਜੋਰੀ, ਇਸ ਨੂੰ ਤਿਆਗ ਦੇ। ਆਪਣਾ ਸੁਭਾਅ ਹੈ ਜਿਹੜਾ ਭਵਰੇ ਵਰਗਾ ਬੜਾ, ਕਮਲ ਦੀਆਂ ਫੁੱਲਾਂ ਤੋਂ ਸੁਗੰਧੀ ਦੂਰੋਂ ਆ ਕੇ ਲੈ ਜਾਂਦੇ ਨੇ, ਪਰ ਜਿਹੜੇ ਡੱਡੂ ਹੁੰਦੇ ਨੇ ਉਹ ਜੜ੍ਹਾਂ ਵਿੱਚ ਤਾਂ ਬੈਠੇ ਰਹਿੰਦੇ ਨੇ, ਪਰ ਕਦੇ ਵੀ ਆਨੰਦ ਨਹੀਂ ਮਾਣਦੇ। ਆਪਣਾ ਸੁਭਾਅ ਤੁੰਬੇ ਦੀ ਬੇਲ ਵਰਗਾ ਨਾ ਬਣਾ, ਜਿੰਨਾ ਮਰਜ਼ੀ ਅੰਮ੍ਰਿਤ ਖੰਡ ਲਾ ਲਈਏ ਕੋਈ ਕੌੜੀ ਦੀ ਕੌੜੀ ਰਹਿੰਦੀ ਹੈ। ਇਸ ਲਈ ਆਪਣੇ ਸੁਭਾਅ ਨੂੰ ਬਦਲ, ਫਿਰ ਹੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇਗੀ। ਹੋਈਆਂ ਭਰਨਾ ਚੁੱਕਾਂ ਦੀ ਖਿਮਾ ਬਖਸ਼ੀ। ਗੁਰੂ ਦਾ ਇਤਿਹਾਸ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਮਝ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਗਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆ, ਸ਼ਬਦੋ ਦਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਵਿਸਾਰੇ। ਆਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਗਿਆਨਾ ਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ, ਜਿਸ ਤੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਢੀਰੇ। ਆਹ ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਉਧਾਰ ਤੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ 부ਝਾਈਆਂ। ਸਭ ਕੁਰਬਾਨ ਪਿਤਾ ਕੀਤਾ ਗੁਰ ਬਿਟਹੁ ਜਿਸਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤਹੁ ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਜ ਦੂਤ ਤੁਧ ਵਾਸ ਕੀਤੇ, ਕਾਲ ਕੰਟਕ ਮਾਰਿਆ। ਗੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸਮਾਵਟ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਸੇ ਪੂਰੇ, ਗੁਰ ਤੇ ਜਾਣੀ। ਸਮਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਜਾਇਆ, ਖੇਲੇ ਸਗਲ ਜਗਤ। ਚੰਗਿਆਈਆ ਬੁਰਿਆਈਆ ਵਜੈ ਧਰਮ ਦੂਰ, ਕਰਨੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ।